ਪਿਆਰੇ ਵਿਦਿਆਰਥੀਓ, ਮੇਰੇ ਜਾਨੀ ਕਿ ਕਵਲਜੀਤ ਕੌਰ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। YouTube ਚੈਨਲ ਮਾਂ ਬੋਲੀ ਪੰਜਾਬੀ ਵਿੱਚ ਤੁਹਾਡਾ ਸਭ ਦਾ ਹਾਰਦਿਕ ਸਵਾਗਤ। ਇਹ ਚੈਨਲ ਪੰਜਾਬੀ ਵਿਸ਼ੇ ਦੀ ਪੜ੍ਹਾਈ ਨੂੰ ਮੁੱਖ ਰੱਖ ਕੇ ਸ਼ੁਰੂ ਕੀਤਾ ਗਿਆ ਹੈ ਤੇ ਅੱਜ ਅਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੰਜਾਬੀ ਪਾਠ ਪੁਸਤਕ ਭਾਗ 6 ਵਿੱਚ ਦਰਜ ਪਾਠ ਨਕਲ ਕਰੋ ਪਰ ਕਿਹਦੀ ਪੜ੍ਹਾਂਗੇ। ਇਹ ਇੱਕ ਸਿੱਖਿਆ ਸੰਦੇਸ਼ ਹੈ ਜੋ ਕਰਨੈਲ ਸਿੰਘ ਸੋਮਲ ਜੀ ਦੁਆਰਾ ਲਿਖਿਆ ਹੋਇਆ ਹੈ। ਮੁੱਖ ਅਧਿਆਪਕ ਜੀ ਨੇ ਸਾਲ ਦੇ ਪਹਿਲੇ ਹੀ ਦਿਨ ਸਵੇਰ ਦੀ ਸਭਾ ਵਿੱਚ ਕਿਹਾ, ਮੈਂ ਤੁਹਾਨੂੰ 5 ਉਦਾਹਰਨਾਂ ਦਿੰਦਾ ਹਾਂ, ਧਿਆਨ ਨਾਲ ਸੁਣਨਾ, ਫਿਰ ਆਪਣੀ ਗੱਲ ਦੱਸਾਂਗਾ। ਪਹਿਲੀ, ਤੂੰ ਇੰਨੇ ਸੋਹਣੇ ਫੁਲਕੇ ਕਿਵੇਂ ਲਾ ਲੈਂਦੀ ਏ? ਗੋਲ ਗੋਲ, ਜਿਵੇਂ ਡਰਾਇੰਗ ਦੀ ਪ੍ਰਕਾਰ ਨਾਲ ਬਣਾਏ ਹੋਣ, ਪਤਲੇ ਪਤਲੇ, ਨਾ ਕਿਤੇ ਆਟਾ ਬਹੁਤਾ ਤੇ ਨਾ ਘੱਟ, ਨਾ ਕਿਤੋਂ ਕੱਚੇ ਤੇ ਨਾ ਬਹੁਤ ਰੜੇ ਹੋਏ। ਕਿਵੇਂ ਸਿੱਖੇ ਤੂੰ? ਪ੍ਰਕਾਸ਼ ਦੇ ਬਣਾਏ ਖਾਣੇ ਦੀ ਸਿਫਤ ਹੋ ਰਹੀ ਸੀ। ਉਸ ਕਿਹਾ, ਪਹਿਲਾਂ ਆਪਣੀ ਦਾਦੀ ਜੀ ਤੋਂ ਤੇ ਫਿਰ ਮਾਂ ਜੀ ਨੂੰ ਫੁਲਕੇ ਬਣਾਉਂਦਿਆਂ ਵੇਖ ਕੇ, ਉਹਨਾਂ ਦੀ ਨਕਲ ਕਰਕੇ। ਕਿਸੇ ਨੇ ਵਿੱਚੋਂ ਪੁੱਛਿਆ, ਆਹੋ, ਨਕਲ ਕਰਕੇ ਤੇ ਨਾਲੇ ਅਕਲ ਵਰਤ ਕੇ। ਮੈਂ ਵੇਖਦੀ ਉਹ ਪੇੜਾ ਛੋਟਾ ਰੱਖਦੇ, ਫਿਰ ਸਹਿਜ ਨਾਲ ਵੇਲਦੇ, ਚੁੱਲ੍ਹੇ ਦੀ ਅੱਗ ਮੱਠੀ ਰੱਖਦੇ ਹਨ। ਹੁਣ ਤਾਂ ਮੇਰੀ ਮਾਂ ਕਹਿੰਦੀ ਹੈ ਕਿ ਮੈਂ ਉਸ ਤੋਂ ਵੀ ਚੰਗੀ ਰੋਟੀ ਬਣਾ ਲੈਂਦੀ ਹਾਂ। ਠੀਕ ਹੈ ਭਾਈ, ਇੰਜ ਹੀ ਸਿੱਖੀਦਾ। ਦੂਜਿਆਂ ਨੂੰ ਕੰਮ ਕਰਦਿਆਂ ਨੀਚ ਨਾਲ ਤੱਕਣਾ ਤੇ ਫਿਰ ਰੀਝ ਨਾਲ ਆਪ ਕਰਨਾ। ਸ਼ਾਬਾਸ਼ੇ ਤੇਰੇ। ਇਹ ਸਿਖਲਾਈ ਕੇਂਦਰ ਤਾਂ ਹੁਣ ਖੁੱਲ੍ਹੇ ਹਨ। ਪਹਿਲਾਂ ਦੂਜਿਆਂ ਨੂੰ ਚੰਗਾ ਕੰਮ ਕਰਦਿਆਂ ਵੇਖ ਕੇ ਜਾਣੋ ਉਹਨਾਂ ਦੀ ਨਕਲ ਕਰਦਿਆਂ ਸਿੱਖਿਆ ਜਾਂਦਾ ਸੀ। ਪਿਤਾ ਕੋਲੋਂ ਪੁੱਤ, ਮਾਂ ਕੋਲੋਂ ਧੀ, ਉਸਤਾਦ ਕੋਲੋਂ ਸਿਖਾਂਦਰੂ। ਇਹ ਕਿਸੇ ਸਿਆਣੀ ਦੇ ਬੋਲ ਸਨ। ਸੋ ਇਸ ਪਹਿਲੀ ਗੱਲ ਦੇ ਵਿੱਚ ਪ੍ਰਿੰਸੀਪਲ ਸਾਹਿਬ ਨੇ ਗੱਲ ਕੀਤੀ ਹੈ ਘਰ ਦਾ ਕੰਮ ਕਾਜ ਸਿੱਖਣ ਦੀ, ਕਿ ਕਿਵੇਂ ਘਰਾਂ ਦੇ ਵਿੱਚ ਲੜਕੀਆਂ ਆਪਣੀ ਮਾਂ ਨੂੰ, ਦਾਦੀ ਨੂੰ ਕੰਮ ਕਰਦਿਆਂ ਵੇਖ ਕੇ ਉਹਨਾਂ ਦੀ ਨਕਲ ਕਰਕੇ ਖੁਦ ਵੀ ਕੰਮ ਵਿੱਚ ਨਿਪੁੰਨ ਹੋ ਜਾਂਦੀਆਂ ਨੇ। ਦੂਜੀ, ਕਵਿਸ਼ਰੀ ਗਾਇਨ ਮੁਕਾਬਲੇ ਵਿੱਚ ਰੀਤ ਇੰਦਰ ਦੀ ਟੀਮ ਫਸਟ ਆਈ। ਰੀਤ ਇੰਦਰ ਨੂੰ ਪੁੱਛਿਆ ਗਿਆ, ਤੂੰ ਕਿੱਥੋਂ ਸਿੱਖੇ ਕਵਿਸ਼ਰੀ ਦੇ ਗੁਰ? ਉਸਨੇ ਆਖਿਆ, ਮੈਂ ਉੱਗੇ ਕਵਿਸ਼ਰਾਂ ਨੂੰ ਸੁਣਦੀ ਰਹਿੰਦੀ ਹਾਂ, ਭਾਵੇਂ ਇਹ ਪ੍ਰੋਗਰਾਮ ਟੀਵੀ ਉੱਤੇ ਹੋਵੇ, ਰੇਡੀਓ ਉੱਤੇ ਜਾਂ ਕਿਸੇ ਦੀਵਾਨ ਵਿੱਚ। ਉਹ ਸਟੇਜ ਉੱਤੇ ਕਿਵੇਂ ਭਰੋਸੇ ਨਾਲ ਖਲੋਂਦੇ ਹਨ, ਕਿਵੇਂ ਆਪਸੀ ਤਾਲਮੇਲ ਰੱਖਦੇ ਹਨ, ਉਹਨਾਂ ਦੀ ਆਵਾਜ਼ ਦੀ ਤਾਕਤ ਅਤੇ ਇਸ ਉੱਤੇ ਲੋੜੀਂਦਾ ਕਾਬੂ, ਇਹੋ ਜਿਹੀਆਂ ਕਿੰਨੀਆਂ ਹੀ ਗੱਲਾਂ ਮੈਂ ਪੱਲੇ ਬੰਨ੍ਹ ਲੈਂਦੀ ਹਾਂ। ਮੇਰਾ ਮਤਲਬ ਹੈ, ਮੈਂ ਉਹਨਾਂ ਦੇ ਹੁਨਰ ਨੂੰ ਗ੍ਰਹਿਣ ਕਰਨ ਦਾ ਯਤਨ ਕਰਦੀ ਹਾਂ। ਉਹ ਮੇਰੇ ਸਾਹਮਣੇ ਕਵਿਸ਼ਰੀ ਦੇ ਨਮੂਨੇ ਹੁੰਦੇ ਹਨ। ਉਹਨਾਂ ਦੀ ਨਕਲ ਕਰਨਾ ਮੈਨੂੰ ਚੰਗਾ ਲੱਗਦਾ ਹੈ। ਫਿਰ ਸਾਡੀ ਟੀਮ ਵਿੱਚ ਕਵਿਸ਼ਰੀ ਦਾ ਆਪਣਾ ਰੰਗ ਉੱਭਰਦਾ ਹੈ। ਇਹ ਸੁਣ ਸਾਰਿਆਂ ਨੇ ਤਾੜੀਆਂ ਮਾਰੀਆਂ। ਸੋ ਪਿਆਰੇ ਵਿਦਿਆਰਥੀਓ, ਪ੍ਰਿੰਸੀਪਲ ਸਾਹਿਬ ਨੇ ਆਪਣੀ ਦੂਜੇ ਉਦਾਹਰਨ ਦੇ ਵਿੱਚ ਕਵਿਸ਼ਰੀ ਗਾਇਨ ਮੁਕਾਬਲੇ ਦੀ ਗੱਲ ਕੀਤੀ ਹੈ ਕਿ ਕਵਿਸ਼ਰੀ ਸੁਣ ਕੇ ਹੀ ਰੀਤ ਇੰਦਰ ਦੀ ਟੀਮ ਇਸ ਮੁਕਾਬਲੇ ਵਿੱਚ ਫਸਟ ਆ ਗਈ ਸੀ। ਉਹਨਾਂ ਨੇ ਉੱਗੇ ਕਵਿਸ਼ਰਾਂ ਨੂੰ ਸੁਣਿਆ ਤੇ ਉਹਨਾਂ ਦੇ ਹੁਨਰ ਨੂੰ ਗ੍ਰਹਿਣ ਕਰਨ ਦਾ ਯਤਨ ਕੀਤਾ, ਉਹਨਾਂ ਦੀ ਕਵਿਸ਼ਰੀ ਦੀ ਨਕਲ ਕੀਤੀ। ਤੀਜੀ, ਕਿਸੇ ਲੇਖਕ ਨੇ ਕਿਹਾ ਕਿ ਮੇਰੀ ਰੀਝ ਚੰਗੇ ਤੋਂ ਚੰਗਾ ਲਿਖ ਸਕਣ ਦੀ ਸੀ, ਸੋ ਮੈਂ ਚੰਗੇ ਤੋਂ ਚੰਗੇ ਲੇਖਕਾਂ ਦੀਆਂ ਕਿਤਾਬਾਂ ਪੜ੍ਹਦਾ, ਧਿਆਨ ਕਰਦਾ ਕਿ ਉਹ ਇੰਨਾ ਚੰਗਾ ਕਿਵੇਂ ਲਿਖਦੇ ਹਨ। ਕਿਸੇ ਕੋਲ ਸ਼ਬਦ ਭੰਡਾਰ ਬਹੁਤ ਸੀ, ਕਿਸੇ ਨੂੰ ਗੱਲ ਕਰਨ ਦੀ ਅਨੋਖੀ ਜਾਚ ਸੀ, ਕਈਆਂ ਦੇ ਵਿਚਾਰ ਨਵੇਂ ਹੁੰਦੇ। ਮੈਂ ਉਹਨਾਂ ਦੀ ਰੀਸ ਭਾਵ ਨਕਲ ਕਰਨ ਦਾ ਯਤਨ ਕਰਦਾ। ਜਦ ਮੈਂ ਆਪ ਲਿਖਣ ਲੱਗਦਾ ਤਾਂ ਉਹ ਬਿਲਕੁਲ ਵੱਖਰਾ ਤੇ ਸੋਹਣਾ ਹੁੰਦਾ। ਪਰ ਇਹ ਮਹਾਨ ਲੇਖਕਾਂ ਦੀਆਂ ਉਹਨਾਂ ਚੰਗੀਆਂ ਪੁਸਤਕਾਂ ਦੀ ਸੰਗਤ ਕਰਕੇ ਹੀ ਹੁੰਦਾ। ਸੋ ਮੁੱਖ ਅਧਿਆਪਕ ਜੀ ਨੇ ਤੀਜੀ ਉਦਾਹਰਨ ਇੱਕ ਲੇਖਕ ਦੀ ਦਿੱਤੀ ਹੈ
ਜਿਸ ਨੇ ਨਕਲ ਕਰਕੇ ਚੰਗੀ ਤੋਂ ਚੰਗਾ ਲਿਖਣ ਦੀ ਮੁਹਾਰਤ ਹਾਸਲ ਕੀਤੀ। ਚੌਥੀ, ਮੇਰੀ ਲਿਖਾਈ ਪਹਿਲਾਂ ਸੋਹਣੀ ਨਹੀਂ ਸੀ ਹੁੰਦੀ, ਫਿਰ ਮੈਂ ਸੋਹਣੀ ਲਿਖਾਈ ਦੇ ਨਮੂਨੇ ਵੇਖਦਾ, ਕਿਸੇ ਅੱਖਰ ਨੂੰ ਉਵੇਂ ਪਾਉਣ ਦਾ ਮੈਂ ਯਤਨ ਕਰਦਾ ਜਿਵੇਂ ਸੋਹਣਾ ਲਿਖਣ ਵਾਲੇ ਨੇ ਪਾਇਆ ਹੁੰਦਾ। ਇਸ ਤਰ੍ਹਾਂ ਮੇਰੀ ਲਿਖਾਈ ਸੁੰਦਰ ਹੋਣ ਲੱਗੀ। ਫਿਰ ਤਾਂ ਤੇਜ਼ ਲਿਖਦਿਆਂ ਵੀ ਮੇਰੀ ਲਿਖਾਈ ਸੋਹਣੀ ਹੋਣ ਲੱਗੀ। ਹੁਣ ਤਾਂ ਮੈਨੂੰ ਆਪ ਲਿਖਦਿਆਂ ਡਾਢੀ ਖੁਸ਼ੀ ਮਿਲਦੀ ਹੈ। ਮੇਰੇ ਲਿਖੇ ਨੂੰ ਵੇਖ ਕੇ ਹਰ ਕੋਈ ਪ੍ਰਸੰਨ ਹੁੰਦਾ ਹੈ। ਸੋ ਚੌਥੀ ਉਦਾਹਰਨ ਮੁੱਖ ਅਧਿਆਪਕ ਜੀ ਨੇ ਦਿੱਤੀ ਹੈ ਸੋਹਣੀ ਲਿਖਾਈ ਬਣਾਉਣ ਦੀ, ਕਿ ਕਿਸੇ ਦੇ ਪਾਏ ਸੋਹਣੇ ਅੱਖਰਾਂ ਦੀ ਨਕਲ ਕਰਕੇ ਅਸੀਂ ਆਪਣੀ ਲਿਖਾਈ ਵੀ ਸੋਹਣੀ ਬਣਾ ਸਕਦੇ ਹਾਂ। ਪੰਜਵੀਂ, ਸੰਸਾਰ ਪ੍ਰਸਿੱਧ ਭਲਵਾਨ ਕਰਤਾਰ ਸਿੰਘ ਦੀ ਜੀਵਨੀ ਮੈਂ ਪਿੱਛੇ ਜੇ ਪੜ੍ਹੀ। ਉਸ ਵਿੱਚ ਕਰਤਾਰ ਸਿੰਘ ਨੇ ਇੱਕ ਬੜੇ ਪਤੇ ਦੀ ਗੱਲ ਆਖੀ। ਉਸਨੇ ਕਿਹਾ, ਅਸਲ 'ਚ ਮੈਂ ਹਰ ਥਾਂ ਤੋਂ, ਹਰ ਭਲਵਾਨ ਤੋਂ ਹਰ ਵੇਲੇ ਕੁਝ ਨਾ ਕੁਝ ਸਿੱਖਣ ਵੱਲ ਧਿਆਨ ਦਿੰਦਾ ਆਇਆ ਹਾਂ। ਜਿਸ ਤੋਂ ਵੀ ਮੈਂ ਕੁਝ ਸਿੱਖਿਆ ਹੈ ਉਹ ਹੀ ਮੇਰਾ ਗੁਰੂ ਹੈ। ਇਹ ਜੀਵਨੀ ਪ੍ਰਸਿੱਧ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਲਿਖੀ ਹੈ। ਸੰਧੂ ਦੀ ਲਿਖਣ ਕਲਾ ਵੀ ਕਮਾਲ ਦੀ ਹੈ, ਰੀਸ ਕਰਨ ਵਾਲੀ, ਨਕਲ ਕਰਨ ਵਾਲੀ। ਜਦੋਂ ਮੌਕਾ ਮਿਲੇ ਕੋਈ ਪੜ੍ਹੇ ਇਸ ਨੂੰ। ਮੁੱਖ ਅਧਿਆਪਕ ਜੀ ਇਹ ਉਦਾਹਰਨਾਂ ਦੇ ਕੇ ਕੁਝ ਚਿਰ ਲਈ ਚੁੱਪ ਰਹੇ। ਫਿਰ ਕਹਿਣ ਲੱਗੇ, ਕੋਈ ਵਿਦਿਆਰਥੀ ਦੱਸੇ ਕਿ ਇਹਨਾਂ ਉਦਾਹਰਨਾਂ ਤੋਂ ਕੀ ਸਾਬਤ ਹੁੰਦਾ ਹੈ। 10ਵੀਂ ਜਮਾਤ ਦੇ ਹਰਤੀਰਥ ਨੇ ਹੱਥ ਖੜਾ ਕੀਤਾ। ਉਹ ਬਹੁਤ ਸਮਝਦਾਰ ਵਿਦਿਆਰਥੀ ਸੀ। ਉਸਨੇ ਕਿਹਾ, ਜੀ ਇਹੋ ਕਿ ਹਮੇਸ਼ਾ ਚੰਗੀਆਂ ਗੱਲਾਂ ਦੀ ਨਕਲ ਕਰੋ, ਚੰਗੇ ਬੰਦਿਆਂ ਦੀ ਨਕਲ ਕਰੋ। ਅਜਿਹੀ ਨਕਲ ਕਰਨੀ ਮਾੜੀ ਨਹੀਂ, ਸਗੋਂ ਚੰਗੀ ਹੈ। ਸ਼ਾਬਾਸ਼ ਹਰਤੀਰਥ, ਤੂੰ ਠੀਕ ਕਿਹਾ ਹੈ। ਪ੍ਰੀਖਿਆ ਵਿੱਚ ਨਕਲ ਕਰਨੀ ਠੀਕ ਨਹੀਂ। ਇਮਤਿਹਾਨ ਦੇਣ ਵੇਲੇ ਮਿਲਿਆ ਵਕਤ ਆਪਣੀ ਅਕਲ ਵਰਤਣ ਲਈ ਹੁੰਦਾ ਹੈ। ਚਿੱਤ ਇਕਾਗਰ ਕਰਕੇ ਜੋ ਪ੍ਰਸ਼ਨ ਪੁੱਛਿਆ ਗਿਆ ਹੈ ਉਸ ਦਾ ਸਹੀ ਉੱਤਰ ਲਿਖਣ ਦਾ ਯਤਨ ਕਰਨਾ। ਇੱਧਰ ਉੱਧਰ ਝਾਕਣ ਨਾਲ ਜੋ ਆਪ ਪੜ੍ਹਿਆ ਹੁੰਦਾ ਹੈ ਉਹ ਵੀ ਭੁੱਲਣ ਲੱਗਦਾ ਹੈ। ਫਿਰ ਮੁੱਖ ਅਧਿਆਪਕ ਜੀ ਨੇ ਕਿਹਾ, ਅੱਜ ਪੜ੍ਹਾਈ ਦੇ ਸਾਲ ਦਾ ਪਹਿਲਾ ਦਿਨ ਹੈ। ਸਭ ਨੇ ਖੂਬ ਮਿਹਨਤ ਕਰਨੀ ਹੈ। ਇਮਤਿਹਾਨ ਵਿੱਚ ਨਕਲ ਕਰਨ ਬਾਰੇ ਸੋਚਣਾ ਵੀ ਨਹੀਂ ਹੈ। ਫਿਰ ਤੁਹਾਡੇ ਜਿਹਾ ਕੋਈ ਨਹੀਂ ਹੋਵੇਗਾ। ਸਾਡਾ ਸਕੂਲ ਹੋਰ ਸਕੂਲਾਂ ਲਈ ਇੱਕ ਮਿਸਾਲ ਬਣੇਗਾ। ਫਿਰ ਕਿੰਨੀ ਦੇਰ ਤਾੜੀਆਂ ਨਾਲ ਸਵੇਰ ਦੀ ਸਭਾ ਗੂੰਜਦੀ ਰਹੀ। ਸੋ ਪਿਆਰੇ ਵਿਦਿਆਰਥੀਓ, ਇਹ ਸੀ ਸਾਡਾ ਪਾਠ ਨਕਲ ਕਰੋ ਪਰ ਕਿਹਦੀ। ਇਸ ਵਿੱਚ ਮੁੱਖ ਅਧਿਆਪਕ ਜੀ ਨੇ ਇਹ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਨਕਲ ਹਮੇਸ਼ਾ ਚੰਗੀਆਂ ਗੱਲਾਂ ਦੀ ਕਰਨੀ ਚਾਹੀਦੀ ਹੈ। ਨਕਲ ਕਰਨੀ ਚਾਹੀਦੀ ਹੈ ਚੰਗੇ ਗੁਣਾਂ ਦੀ। ਇਮਤਿਹਾਨ ਦੇ ਵਿੱਚ ਨਕਲ ਕਰਨੀ ਚੰਗੀ ਗੱਲ ਨਹੀਂ ਹੈ। ਇਸ ਲਈ ਅੱਜ ਤੋਂ ਬਾਅਦ ਸਾਨੂੰ ਨਕਲ ਕਰਨੀ ਹੈ ਚੰਗੀਆਂ ਗੱਲਾਂ ਦੀ, ਚੰਗੇ ਗੁਣਾਂ ਦੀ, ਤੇ ਨਕਲ ਕਰਕੇ ਚੰਗੇ ਵਿਅਕਤੀਆਂ ਵਰਗੇ ਚੰਗੇ ਬਣਨ ਦੀ ਕੋਸ਼ਿਸ਼ ਕਰਨੀ। ਸੋ ਹੁਣ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ। ਸਭ ਤੋਂ ਪਹਿਲਾਂ ਬਹੁ ਵਿਕਲਪੀ ਪ੍ਰਸ਼ਨ ਹਨ। ਮੁੱਖ ਅਧਿਆਪਕ ਜੀ ਨੇ ਸਵੇਰ ਦੀ ਸਭਾ ਵਿੱਚ ਕਿੰਨੀਆਂ ਉਦਾਹਰਨਾਂ ਦਿੱਤੀਆਂ? 1, 3, 5। ਤੇ ਇਸ ਦੇ ਵਿੱਚ ਤੀਸਰਾ ਵਿਕਲਪ ਸਹੀ ਹੈ 5। ਪਹਿਲਾਂ ਪ੍ਰਕਾਸ਼ ਨੇ ਸੋਹਣੇ ਫੁਲਕੇ ਬਣਾਉਂਦਿਆਂ ਕਿਸ ਨੂੰ ਦੇਖਿਆ? ਮਾਮੀ ਨੂੰ, ਦਾਦੀ ਨੂੰ, ਰੀਤਿੰਦਰ ਨੂੰ? ਦਾਦੀ ਨੂੰ। ਪ੍ਰਕਾਸ਼ ਨੇ ਸੋਹਣੇ ਫੁਲਕੇ ਬਣਾਉਂਦਿਆਂ ਦਾਦੀ ਨੂੰ ਦੇਖਿਆ ਸੀ। ਚੰਗੇ ਕਵੀਸ਼ਰਾਂ ਦੀ ਕਿਹੜੀ ਗੱਲ ਚੰਗੀ ਲੱਗਦੀ ਹੈ? ਉਹਨਾਂ ਨੂੰ ਸੁਣਨਾ, ਦੇਖਣਾ, ਉਹਨਾਂ ਦੀ ਨਕਲ ਕਰਨਾ। ਚੰਗੇ ਕਵੀਸ਼ਰਾਂ ਨੂੰ ਸੁਣਨਾ ਚੰਗਾ ਲੱਗਦਾ ਹੈ। ਸੰਸਾਰ ਪ੍ਰਸਿੱਧ ਭਲਵਾਨ ਕਿਹੜਾ ਸੀ? ਵਰਿਆਮ ਸਿੰਘ ਸੰਧੂ, ਕਰਤਾਰ ਸਿੰਘ, ਹਰਤੀਰਥ? ਕਰਤਾਰ ਸਿੰਘ। ਕਰਤਾਰ ਸਿੰਘ ਸੰਸਾਰ ਪ੍ਰਸਿੱਧ ਭਲਵਾਨ ਸੀ। ਮੁੱਖ ਅਧਿਆਪਕ ਜੀ ਨੇ ਵਿਦਿਆਰਥੀਆਂ ਨੂੰ ਕਿਸ ਗੱਲ ਤੋਂ ਵਰਜਿਆ? ਇੱਧਰ ਉੱਧਰ ਝਾਕਣ ਤੋਂ, ਇਮਤਿਹਾਨ ਦੇਣ ਤੋਂ, ਨਕਲ ਕਰਨ ਤੋਂ? ਨਕਲ ਕਰਨ ਤੋਂ। ਨਕਲ ਕਰਨ ਤੋਂ ਮੁੱਖ ਅਧਿਆਪਕ ਜੀ ਨੇ ਵਿਦਿਆਰਥੀਆਂ ਨੂੰ ਵਰਜਿਆ। ਉਸ ਤੋਂ ਬਾਅਦ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਨੇ। ਪਹਿਲਾ ਪ੍ਰਸ਼ਨ ਹੈ, ਰੀਤਿੰਦਰ ਨੇ ਕਵੀਸ਼ਰੀ ਦੇ ਗੁਣ ਕਿੱਥੋਂ ਸਿੱਖੇ ਸਨ? ਰੀਤਿੰਦਰ ਨੇ ਕਵੀਸ਼ਰੀ ਦੇ ਗੁਣ ਉੱਘੇ ਕਵੀਸ਼ਰਾਂ ਤੋਂ ਸਿੱਖੇ ਸਨ।
दूसरा प्रश्न है उदाहरण नंबर 3 ਵਿੱਚ ਲੇਖਕ ਦੀ ਕੀ ਰੁਚि ਸੀ। ਉਦਾਹਰਨ ਨੰਬਰ 3 ਵਿੱਚ ਲੇਖਕ ਦੀ ਰੁਚि ਚੰਗੇ ਤੋਂ ਚੰਗਾ ਲਿਖਣ ਅਤੇ ਚੰਗੇ ਤੋਂ ਚੰਗੇ ਲੇਖਕਾਂ ਦੀਆਂ ਕਿਤਾਬਾਂ ਪੜ੍ਹਨ ਦੀ ਸੀ। ਪ੍ਰਸ਼ਨ ਨੰਬਰ 3 ਸੰਸਾਰ ਪ੍ਰਸਿੱਧ ਭਲਵਾਨ ਦਾ ਕੀ ਨਾਂ ਸੀ। ਇਸ ਦਾ ਉੱਤਰ ਹੈ ਕਰਤਾਰ ਸਿੰਘ। ਕਰਤਾਰ ਸਿੰਘ ਦੀ ਜੀਵਨੀ ਕਿਸ ਕਹਾਣੀਕਾਰ ਨੇ ਲਿਖੀ ਹੈ। ਕਰਤਾਰ ਸਿੰਘ ਦੀ ਜੀਵਨੀ ਪ੍ਰਸਿੱਧ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਲਿਖੀ ਹੈ। ਇਸ ਤੋਂ ਬਾਅਦ ਹੈ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ। ਅਸੀਂ ਕੰਮ ਕਰਨਾ ਕਿਵੇਂ ਸਿੱਖ ਸਕਦੇ ਹਾਂ। ਦੂਸਰਿਆਂ ਨੂੰ ਕੰਮ ਕਰਦਿਆਂ ਤੱਕ ਕੇ ਅਤੇ ਉਹਨਾਂ ਦੀ ਨਕਲ ਕਰਕੇ। ਦੂਸਰਾ ਪ੍ਰਸ਼ਨ ਹੈ ਰੀਤਿੰਦਰ ਦੀ ਟੀਮ ਦੇ ਫਸਟ ਆਉਣ ਦਾ ਕੀ ਕਾਰਨ ਸੀ। ਉਹ ਉੱਗੇ ਕਵੀਸ਼ਰਾਂ ਨੂੰ ਸੁਣਦੀ ਸੀ ਅਤੇ ਉਹਨਾਂ ਦੀ ਨਕਲ ਕਰਦੀ ਸੀ। ਤੀਸਰਾ ਪ੍ਰਸ਼ਨ ਹੈ ਲੇਖਕ ਨੇ ਆਪਣੀ ਲਿਖਾਈ ਕਿਵੇਂ ਸੁੰਦਰ ਬਣਾਈ ਸੀ। ਲੇਖਕ ਨੇ ਦੂਸਰੇ ਵਿਅਕਤੀ ਜੋ ਸੋਹਣਾ ਲਿਖਣ ਵਾਲੇ ਸਨ ਉਹਨਾਂ ਦੇ ਪਾਏ ਅੱਖਰਾਂ ਦੀ ਨਕਲ ਕਰਕੇ ਆਪਣੀ ਲਿਖਾਈ ਸੁੰਦਰ ਬਣਾਈ ਸੀ। ਚੌਥਾ ਪ੍ਰਸ਼ਨ ਹੈ ਵਰਿਆਮ ਸਿੰਘ ਸੰਧੂ ਦੀ ਲਿਖਣ ਕਲਾ ਕਿਹੋ ਜਿਹੀ ਹੈ। ਬਹੁਤ ਕਮਾਲ ਦੀ। ਵਰਿਆਮ ਸਿੰਘ ਸੰਧੂ ਬਹੁਤ ਕਮਾਲ ਦਾ ਲਿਖਦੇ ਹਨ। ਪੰਜਵਾਂ ਪ੍ਰਸ਼ਨ ਹੈ ਮੁੱਖ ਅਧਿਆਪਕ ਜੀ ਦੀ ਕਿਹੜੇ ਗੱਲ ਤੇ ਸਵੇਰ ਦੀ ਸਭਾ ਤਾੜੀਆਂ ਨਾਲ ਗੂੰਜ ਉੱਠੀ। ਮਿਹਨਤ ਕਰਕੇ ਹੋਰਨਾਂ ਸਕੂਲਾਂ ਲਈ ਮਿਸਾਲ ਬਣਨ ਵਾਲੀ ਗੱਲ ਤੇ। ਇਸ ਤੋਂ ਬਾਅਦ ਚੌਥਾ ਪ੍ਰਸ਼ਨ ਹੈ ਵਾਕਾਂ ਵਿੱਚ ਵਰਤੋ। ਕੁਝ ਸ਼ਬਦ ਦਿੱਤੇ ਗਏ ਨੇ ਜਿਨ੍ਹਾਂ ਨੂੰ ਅਸੀਂ ਵਾਕਾਂ ਦੇ ਵਿੱਚ ਵਰਤਣਾ ਹੈ। ਨੀਚ ਨਾਲ ਤੱਕਣਾ, ਗੌਰ ਨਾਲ ਦੇਖਣਾ, ਧਿਆਨ ਨਾਲ ਦੇਖਣਾ। ਜਦੋਂ ਮਾਤਾ ਜੀ ਰੋਟੀ ਬਣਾਉਂਦੇ ਤਾਂ ਮੈਂ ਨੀਚ ਨਾਲ ਤੱਕਦੀ ਰਹਿੰਦੀ। ਸਿਖਾਂਦਰੂ, ਸਿਖਾਂਦਰੂ ਹੁੰਦਾ ਸਿੱਖਣ ਵਾਲਾ। ਉਸਤਾਦ ਕੋਲੋਂ ਸਿਖਾਂਦਰੂ ਕੰਮ ਸਿੱਖ ਰਿਹਾ ਸੀ। ਤਾਲਮੇਲ, ਆਪਸੀ ਤਾਲਮੇਲ ਨਾਲ ਹੀ ਕੰਮ ਵਿੱਚ ਸਫਲਤਾ ਮਿਲਦੀ ਹੈ। ਰੀਸ, ਸਾਨੂੰ ਚੰਗੇ ਕੰਮ ਦੀ ਰੀਸ ਕਰਨੀ ਚਾਹੀਦੀ ਹੈ। ਮਿਹਨਤ, ਅਧਿਆਪਕ ਜੀ ਨੇ ਮਿਹਨਤ ਕਰਨ ਦੀ ਸਿੱਖਿਆ ਦਿੱਤੀ। ਸੁੰਦਰ, ਕਢਾਈ ਦਾ ਡਿਜ਼ਾਈਨ ਬਹੁਤ ਸੁੰਦਰ ਸੀ। ਉਸ ਤੋਂ ਬਾਅਦ ਹੈ ਖਾਲੀ ਥਾਵਾਂ ਭਰੋ। ਮੈਂ ਆਪਣੀ ਦਾਦੀ ਨੂੰ ਕੰਮ ਕਰਦੀ ਨੂੰ ਖਾਲੀ ਸਥਾਨ ਦੇਖਦੀ ਰਹਿੰਦੀ। ਇਸ ਵਿੱਚ ਆਏਗਾ ਨੀਚ ਨਾਲ। ਮੈਂ ਆਪਣੀ ਦਾਦੀ ਨੂੰ ਕੰਮ ਕਰਦੀ ਨੂੰ ਨੀਚ ਨਾਲ ਦੇਖਦੀ ਰਹਿੰਦੀ। ਚੰਗੇ ਲੋਕਾਂ ਦੇ ਖਾਲੀ ਸਥਾਨ ਨੂੰ ਗ੍ਰਹਿਣ ਕਰਨਾ ਚਾਹੀਦਾ ਹੈ। ਇੱਥੇ ਸ਼ਬਦ ਆਏਗਾ ਹੁਨਰ। ਬੇਟਾ ਖਾਲੀ ਸਥਾਨ ਵਿੱਚ ਆਉਣ ਵਾਲੇ ਸਾਰੇ ਸ਼ਬਦ ਉੱਪਰ ਇਕੱਠੇ ਦਿੱਤੇ ਗਏ ਨੇ। ਅਸੀਂ ਇਹਨਾਂ ਦੇ ਵਿੱਚੋਂ ਸ਼ਬਦਾਂ ਨੂੰ ਚੁਣਨਾ ਹੈ ਤੇ ਉਸ ਨੂੰ ਉਸ ਦੀ ਸਹੀ ਜਗ੍ਹਾ ਤੇ ਜੜਨਾ ਹੈ। ਸੋ ਚੰਗੇ ਲੋਕਾਂ ਦੇ ਹੁਨਰ ਨੂੰ ਗ੍ਰਹਿਣ ਕਰਨਾ ਚਾਹੀਦਾ ਹੈ। ਤੀਸਰਾ ਹੈ ਚੰਗੀਆਂ ਪੁਸਤਕਾਂ ਦੀ ਖਾਲੀ ਸਥਾਨ ਕਰੋ। ਚੰਗੀਆਂ ਪੁਸਤਕਾਂ ਦੀ ਸੰਗਤ ਕਰੋ। ਮੇਰੀ ਲਿਖਾਈ ਬਹੁਤ ਖਾਲੀ ਸਥਾਨ ਹੈ। ਮੇਰੀ ਲਿਖਾਈ ਬਹੁਤ ਸੁੰਦਰ ਹੈ। ਲੇਖਕ ਦੀ ਲਿਖਣ ਕਲਾ ਬਹੁਤ ਖਾਲੀ ਸਥਾਨ ਦੀ ਸੀ। ਕਮਾਲ, ਲੇਖਕ ਦੀ ਲਿਖਣ ਕਲਾ ਬਹੁਤ ਕਮਾਲ ਦੀ ਸੀ। ਸੋ ਬੇਟਾ ਪ੍ਰਸ਼ਨ ਨੰਬਰ 6 ਦੇ ਵਿੱਚ ਪੰਜਾਬੀ ਦੇ ਕੁਝ ਸ਼ਬਦ ਦਿੱਤੇ ਗਏ ਨੇ ਜਿਨ੍ਹਾਂ ਨੂੰ ਤੁਸੀਂ ਹਿੰਦੀ ਵਿੱਚ ਤੇ ਅੰਗਰੇਜ਼ੀ ਵਿੱਚ ਲਿਖਣਾ ਵਾ। ਇਹ ਸ਼ਬਦ ਨੇ ਟੀਮ, ਸੁੰਦਰ, ਕਵੀ, ਅਧਿਆਪਕ, ਵਿਦਿਆਰਥੀ, ਸਕੂਲ। ਇਹਨਾਂ ਸ਼ਬਦਾਂ ਨੂੰ ਤੁਸੀਂ ਹਿੰਦੀ ਵਿੱਚ ਵੀ ਲਿਖੋਗੇ ਤੇ ਅੰਗਰੇਜ਼ੀ ਵਿੱਚ ਲਿਖੋਗੇ। ਉਸ ਤੋਂ ਬਾਅਦ ਹੈ ਵਿਰੋਧੀ ਸ਼ਬਦ। ਉਸਤਾਦ, ਉਸਤਾਦ ਤੋਂ ਹੁੰਦਾ ਚੇਲਾ। ਸਵਰਗ, ਸਵਰਗ ਤੋਂ ਨਰਕ। ਸੁੰਦਰ, ਸੁੰਦਰ ਕਰੂਪ, ਕੋਝਾ ਜੋ ਸੋਹਣਾ ਨਹੀਂ ਆ। ਸਫਲ, ਅਸਫਲ। ਲਾਇਕ, ਨਲਾਇਕ। ਸੋ ਬੇਟਾ ਇਹ ਸੀ ਸਾਡਾ ਪਾਠ ਨਕਲ ਕਰੋ ਪਰ ਕਿਹਦੀ। ਸੋ ਇਸ ਪਾਠ ਤੋਂ ਸਾਨੂੰ
ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਮੇਸ਼ਾ ਚੰਗੇ ਲੋਕਾਂ ਦੀ ਨਕਲ ਕਰਨੀ ਚਾਹੀਦੀ ਹੈ, ਚੰਗੀਆਂ ਗੱਲਾਂ ਦੀ ਨਕਲ ਕਰਨੀ ਚਾਹੀਦੀ